ਜਿਹੜੀ ਬੇਸਿਕ ਇਮਿਊਨਿਟੀ ਸੀ ਕਿ ਚਲੋ ਬੱਚਿਆਂ ਨੂੰ ਲੇਡੀਜ਼ ਨੂੰ ਅਸੀਂ ਜਿਮ ਦੀ ਦੇ ਦਈਏ, ਉਹ ਵੀ ਪ੍ਰੋਪਰਲੀ ਨਹੀਂ ਹੋਈ। ਜਿਹੜੀ ਸਰਕਾਰ ਆਈ ਉਹਨੇ ਕਰਨਾ ਕੁਝ ਨਹੀਂ ਸੀ, ਸਿਰਫ ਮੇਨਟੇਨ ਕਰਨਾ ਸੀ, ਬਟ ਦੇ ਗੋਟ ਫੇਲੀਅਰ। ਉਹਨੂੰ ਮੇਨਟੇਨ, ਲੋਕੀ ਸੈਂਸਿਟਿਵ ਵੀ ਬੜੇ ਜੀ। ਉਹ ਜੇ ਮੌਕਾ ਦਿੰਦੇ ਆ, ਤੁਸੀਂ ਉਹ ਮੌਕੇ ਨੂੰ ਢੰਗ ਨਾਲ ਉਹਨਾਂ ਦੇ ਨਾਲ ਨਹੀਂ ਡੀਲ ਕਰਦੇ ਤੇ ਉਹ ਅਗਲੀ ਵਾਰੀ ਮੌਕਾ ਤੁਹਾਡੇ ਕੋਲੋਂ ਲੈ ਲੈਂਦੇ। ਹੋ ਰਿਹਾ ਡੀ ਮਾਰਟ ਹੈ ਨਾ, ਇੱਥੋਂ ਤੁਸੀਂ 15-15 20 ਮਿੰਟ ਗੱਡੀ ਮੋੜ ਹੀ ਨਹੀਂ ਸਕਦੇ। ਰੀਜ਼ਨ ਬਿਹਾइंड ਕਿ ਔਕਵਰਡ ਜਿਹੜੀ ਆ ਪਾਰਕਿੰਗ ਕੀਤੀ ਹੋਈ ਹੈ। ਨਮਸਕਾਰ ਦੋਸਤੋ, ਮੈਂ ਰਾਜੇਸ਼ ਅਰੋੜਾ, ਤੁਸੀਂ ਦੇਖ ਰਹੇ ਹੋ ਪਬਲਿਕ ਦਿਲਾਸਾ ਚੈਨਲ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਨਗਰ ਨਿਗਮ ਚੁਣਾਵਾਂ ਤੋਂ ਪਹਿਲੇ ਪਬਲਿਕ ਦਿਲਾਸਾ ਚੈਨਲ ਦਾ ਪ੍ਰਯਾਸ ਹੈ ਕਿ ਤੁਹਾਨੂੰ ਹਰ ਵਾਰਡ ਦੇ ਵਿੱਚ ਲੈ ਕੇ ਜਾਈਏ ਔਰ ਉਹਨਾਂ ਲੋਕਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਈਏ ਜਿਹੜੇ ਨਗਰ ਨਿਗਮ ਚੁਣਾਵ ਲੜਨਾ ਚਾਹੁੰਦੇ ਨੇ ਜਾਂ ਜਿਹੜੇ ਲੜ ਚੁੱਕੇ ਨੇ। ਸੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਹਲਕਾ ਉੱਤਰੀ ਦੇ ਅਧੀਨ ਆਉਂਦੇ ਮੰਡਲ ਪ੍ਰਧਾਨ ਸੁਧੀਰ ਸ਼੍ਰੀਧਰ, ਜੋ ਕਿ ਭਾਜਪਾ ਦੇ ਇੱਕ ਵੱਡੇ ਨੇਤਾ ਵੀ ਹੈ ਔਰ ਉਹ 10 ਨੰਬਰ ਵਾਰਡ ਤੋਂ ਆਗਾਮੀ ਚੁਣਾਵ ਲੜਨ ਦਾ ਪ੍ਰਯਾਸ ਕਰ ਰਹੇ ਨੇ। ਸੋ ਉਹਨਾਂ ਨਾਲ ਗੱਲਬਾਤ ਕਰਾਂਗੇ। ਕੀ ਹਾਲ ਹੈ ਸੁਧੀਰ ਜੀ? ਠੀਕ ਠਾਕ। ਸੁਧੀਰ ਜੀ, ਸਾਡਾ ਪ੍ਰਯਾਸ ਹੈ ਪਬਲਿਕ ਦਿਲਾਸਾ ਦਾ ਕਿ ਅਸੀਂ ਉਹਨਾਂ ਲੋਕਾਂ ਤੱਕ ਜਾਈਏ, ਪਹੁੰਚ ਕਰੀਏ ਔਰ ਆਪਣੇ ਦਰਸ਼ਕਾਂ ਨੂੰ ਰੂਬਰੂ ਕਰਾਈਏ ਜਿਹੜੇ ਲੋਕ ਨਗਰ ਨਿਗਮ ਚੁਣਾਵ ਲੜਨਾ ਚਾਹੁੰਦੇ ਨੇ ਜਾਂ ਜਿਹੜੇ ਲੜ ਚੁੱਕੇ ਨੇ। ਸੋ ਜੋ ਸਾਨੂੰ ਜਾਣਕਾਰੀ ਮਿਲੀ ਹੈ, ਤੁਸੀਂ ਵੀ ਇਸ ਵਾਰ ਵਾਰਡ ਨੰਬਰ 10 ਤੋਂ ਨਗਰ ਨਿਗਮ ਚੁਣਾਵ ਲੜਨ ਦੀ ਇੱਛਾ ਰੱਖਦੇ ਹੋ। ਜੀ, ਸਾਰਿਆਂ ਨਾਲੋਂ ਪਹਿਲਾਂ ਤਾਂ ਰਜੇਸ਼ ਜੀ ਤੁਹਾਡਾ ਔਰ ਪਬਲਿਕ ਦਿਲਾਸਾ ਦੇ ਸਾਰੇ ਸਰੋਤਿਆਂ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਏ ਹੋ ਔਰ ਜੋ ਮੇਰੀ ਪਲੈਨਿੰਗ ਹੈ ਲੜਨ ਦੀ ਉਹਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ, ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼੍ਰੀਧਰ ਜੀ, ਜੋ ਸਾਨੂੰ ਜਾਣਕਾਰੀ ਹੈ ਕਿ ਤੁਸੀਂ ਹਲਕਾ ਉੱਤਰੀ ਦੇ ਇੱਕ ਮੰਡਲ ਦੇ ਪ੍ਰਧਾਨ ਔਰ ਉਹਦੇ ਵਿੱਚ ਕਰੀਬ 4.5 ਵਾਰਡਾਂ ਆਉਂਦੀਆਂ ਨੇ। 8 ਨੰਬਰ, 9 ਨੰਬਰ, 10 ਨੰਬਰ, 11 ਦਾ ਕੁਛ ਹਿੱਸਾ ਤੇ ਉਹਦੇ ਨਾਲ 51 ਨੰਬਰ। ਪਹਿਲੇ ਤੇ ਬਤੌਰ ਮੰਡਲ ਪ੍ਰਧਾਨ ਦੇ ਤੌਰ ਤੇ ਹੀ ਤੁਹਾਡੇ ਕੋਲ ਜਾਣਾਂਗੇ ਕਿਸ ਤਰ੍ਹਾਂ ਦਾ ਵਰਕ ਇੱਕ ਅਧਿਕਸ਼ ਦੇ ਤੌਰ ਤੇ ਤੁਸੀਂ ਕਰ ਰਹੇ ਹੋ। ਇਸ ਤਰ੍ਹਾਂ ਜੀ ਕਿ ਸਾਡੇ ਨਾਰਥ ਦੇ ਵਿੱਚ 4 ਜਿਹੜੇ ਆ ਉਹ ਮੰਡਲ ਹੈ ਔਰ ਸਾਰਿਆਂ ਨਾਲੋਂ ਜਿਹੜਾ ਵਧੀਆ ਬੈਸਟ ਮੰਡਲ ਜਿਹੜਾ ਉਹ ਨਾਰਥ ਮੰਡਲ ਸਿਵਲ ਲਾਈਨ ਕੰਸੀਡਰ ਕੀਤਾ ਜਾਂਦਾ ਜੀ। ਔਰ ਇਹਦੀਆਂ ਵਾਰਡਾਂ ਵੀ ਸਾਰੀਆਂ ਸ਼ਹਿਰੀ ਵਾਰਡਾਂ ਔਰ ਪਿਛਲੀ ਵਾਰ ਦਾ ਜਿਹੜਾ ਹੋਇਆ ਸੀ ਚੁਣਾਵ ਉਹਦੇ ਵਿੱਚੋਂ ਚਾਹੇ ਬੀਜੇਪੀ ਦੇ ਕੌਂਸਲਰ ਘੱਟ ਸੀ ਲੇਕਿਨ ਫਿਰ ਵੀ ਮੇਰੇ ਮੰਡਲ ਦੇ ਵਿੱਚੋਂ 2 ਜਿਹੜੇ ਆ ਉਹ ਵਿਨਿੰਗ ਕੌਂਸਲਰਸ ਰਹੇ ਪਿਛਲੀ ਵਾਰ ਦੇ। ਪਿਛਲੀ ਵਾਰ ਠੀਕ ਹੈ। ਕਿਹੜੀ ਵਾਰਡ ਤੋਂ ਜੀ? ਉਹ 8 ਨੰਬਰ ਵਾਰਡ ਤੋਂ ਬੀਜੇਪੀ ਦਾ ਕੌਂਸਲਰ ਸੀ ਔਰ 51 ਨੰਬਰ ਵਾਰਡ ਤੋਂ ਬੀਜੇਪੀ ਦਾ ਕੌਂਸਲਰ ਸੀ। ਪਰ ਹੁਣ ਦੇਖੀਏ ਤੇ 8 ਨੰਬਰ ਵਾਰਡ ਵਾਲਾ ਜਿਹੜਾ ਬੀਜੇਪੀ ਦੇ ਕੌਂਸਲਰ ਅਮਨ ਐਰੀ ਜੀ, ਉਹ ਮੇਰਾ ਖਿਆਲ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਨੇ। ਨਹੀਂ, ਉਹ ਤਾਂ ਚਲੋ ਬਾਅਦ ਦੀ ਗੱਲ ਹੈ ਨਾ, ਉਹ ਉਹਨਾਂ ਨੇ ਬਾਅਦ 'ਚ ਕੀਤਾ, ਲੇਕਿਨ ਕੌਂਸਲਰ ਉਹ ਬੀਜੇਪੀ ਦੀ ਹੀ ਸੀਟ ਤੇ ਜਿੱਤੇ ਸੀ। ਜੀ ਜੀ। ਦੂਸਰਾ ਅਸੀਂ ਸ਼੍ਰੀਧਰ ਜੀ ਜਾਣਨਾ ਚਾਹਾਂਗੇ, ਤੁਸੀਂ ਇਸ ਵਾਰ 10 ਨੰਬਰ ਦੇ ਵਿੱਚ ਚੁਣਾਵ ਲੜਨ ਦੀ ਜੋ ਇੱਛਾ ਰੱਖੀ ਹੈ, ਕੀ ਪਲੈਨਿੰਗ ਹੈ? ਪਹਿਲਾਂ ਤਾਂ ਇਸ ਤਰ੍ਹਾਂ ਹੈਗਾ ਰਜੇਸ਼ ਜੀ ਕਿ ਪਿਛਲੇ ਲਗਭਗ 25 ਸਾਲ ਤੋਂ ਮੈਂ ਇਸ ਵਾਰਡ 'ਚ ਹਾਂ ਔਰ ਮੈਂ ਵਾਰਡ ਜਿੰਨੀ ਵਾਰੀ ਵੀ ਲੜਾਇਆ ਕੋਸ਼ਿਸ਼ ਆਪਣੀ ਕੀਤੀ ਕਿ ਮੇਰੇ ਪਾਰਟੀ ਦਾ ਕੈਂਡੀਡੇਟ ਉੱਥੇ ਵਿਨਿੰਗ ਹੋਵੇ ਔਰ ਹਰ ਵਾਰੀ ਜਿਹੜਾ ਚਲੋ ਚੁਣਾਵ 'ਚ ਹਾਰ ਜਿੱਤ ਬਣੀ ਰਹਿੰਦੀ ਹੈ, ਲੇਕਿਨ ਜਦੋਂ ਕਦੀ ਇਹ ਵਾਰਡ ਨੂੰ ਅਸੀਂ ਲੂਜ਼ ਵੀ ਕੀਤਾ ਤੇ ਬੜੇ ਮਿਨੀਮਮ ਜੇ ਮਾਰਜਨ ਤੋਂ ਕੀਤਾ। ਐਤਕੀ ਵੀ ਜਿਹੜਾ ਬਾਕੀ ਸਾਰੀਆਂ ਵਾਰਡਾਂ ਨਾਲੋਂ ਬੀਜੇਪੀ ਦੀ ਪਰਫਾਰਮੈਂਸ ਇਸ ਵਾਰਡ 'ਚ ਬਹੁਤ ਵਧੀਆ ਸੀ। ਪਰ ਇਸ ਵਾਰ ਤੇ ਪੂਰਵ ਮੇਅਰ ਬਖਸ਼ੀ ਰਾਮ ਅਰੋੜਾ ਜੀ ਜਿਹੜੇ ਕਿ ਚੁਣਾਵ ਲੜੇ ਨੇ, ਲੇਕਿਨ ਮੇਅਰ ਹੋਣ ਦੇ ਬਾਵਜੂਦ ਆਪਣੀ ਵਾਰਡ ਤੋਂ ਹੀ ਬਹੁਤ ਵੱਡੇ ਮਾਰਜਨ ਨਾਲ ਹਾਰੇ ਨੇ। ਇਹਦਾ ਮੁੱਖ ਕਾਰਨ ਕੀ ਸਮਝਦੇ ਹੋ? ਦੇਖੋ, ਉਸ ਵੇਲੇ ਇੱਕ ਹਵਾ ਸੀਗੀ ਕਾਂਗਰਸ ਦੀ। ਦੂਸਰਾ ਹੈਗਾ ਕਿ ਜਦੋਂ ਤੁਸੀਂ ਕਿਸੇ ਪਦ 'ਤੇ ਹੁੰਦੇ ਹੋ ਤੇ ਲੋਕਾਂ ਦੀਆਂ ਅਪੇਖਸ਼ਾਵਾਂ ਤੁਹਾਡੇ 'ਤੇ ਬਹੁਤ ਜ਼ਿਆਦਾ ਹੁੰਦੀਆਂ, ਲੇਕਿਨ ਸਾਰੇ ਲੋਕਾਂ ਦੇ ਕੰਮ ਨਹੀਂ ਕਰਵਾ ਕੇ ਦਿੱਤੇ ਜਾ ਸਕਦੇ। ਹੋ ਸਕਦਾ ਕੁਝ ਲੋਕ ਨੇ ਰਿਜ਼ੈਂਟਮੈਂਟ ਆਪਣੀ ਇਸ ਕਰਕੇ ਰੱਖੀ ਕਿ ਵੀ ਅਸੀਂ ਇਹਨਾਂ ਕੋਲ ਗਏ, ਸਾਡਾ ਕੰਮ ਨਹੀਂ ਹੋ ਸਕਿਆ, ਲੇਕਿਨ ਇਹ ਵੀ ਨਾਲੋਂ ਨਾਲ ਆ ਕਿ 100% ਕੰਮ ਨਹੀਂ ਹੋ ਸਕਦੇ। ਕਈ ਕੰਮ ਇਹੋ ਜਿਹੇ ਹੁੰਦੇ ਆ ਜਿਹੜੇ ਬੰਦਾ ਨਹੀਂ ਕਰਵਾ ਸਕਦਾ ਜੀ, ਤੇ ਉਹਦੇ ਲਈ ਫਿਰ ਮਤਲਬ ਤੁਹਾਨੂੰ ਸੌਰੀ ਉਹ ਕਹਿਣਾ ਪੈਂਦਾ ਕਿ ਵੀ ਇਹ ਨਹੀਂ ਹੋ ਸਕਦਾ। ਹੋ ਸਕਦਾ ਕੁਝ ਲੋਕਾਂ ਦੀ ਵੈਸੀ ਰਿਜ਼ੈਂਟਮੈਂਟ ਰਹੀ ਜਿਸ ਕਰਕੇ ਉਸ ਵੇਲੇ ਅਸੀਂ ਉਸ ਵਾਰਡ ਨੂੰ ਲੂਜ਼ ਕੀਤਾ। ਉਹ ਪਿਛਲਾ ਕਾਰਜਕਾਲ ਸੀ ਜਦੋਂ ਉਹਨਾਂ ਨੇ ਕੰਮ ਕਰਵਾਣੇ ਸੀ, ਨਹੀਂ ਕਰਵਾਏ, ਤੇ ਇਸ ਕਾਰਜਕਾਲ 'ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਲੇਕਿਨ ਇਸ ਵਾਰ 5 ਸਾਲ ਬੀਤ ਗਏ ਨੇ। ਸੋਨੂੰ ਦੱਤੀ ਜੀ ਨੂੰ ਵੀ ਬਤੌਰ ਪਾਰਸ਼ਦ ਕੀ ਦੇਖਦੇ ਪਏ ਹੋ? ਉਹਨਾਂ ਨੇ ਆਪਣੀ ਵਾਰਡ 'ਚ ਠੀਕ ਤਰੀਕੇ ਨਾਲ ਕੰਮ ਕੀਤਾ?
ਇਨਫੈਕਟ ਇਸ ਤਰ੍ਹਾਂ ਹੈਗਾ ਜੀ ਕਿ 10 ਨੰਬਰ ਵਾਰਡ 'ਚ ਸਪੈਸ਼ਲੀ ਜੇ ਮੈਂ ਗੱਲ ਕਰਾਂ ਤੇ ਜੋ ਵੀ ਵਿਕਾਸ ਹੈ ਜੀ ਉਹ ਉਸ ਵੇਲੇ ਦੀ ਜਦੋਂ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉਸ ਵੇਲੇ ਜਿਹੜੇ ਸਾਡੇ ਮੰਤਰੀ ਸੀ ਅਨਿਲ ਜੋਸ਼ੀ, ਉਹ ਉਸ ਵੇਲੇ ਦੇ ਹੀ ਕੰਮ ਹੋਏ ਆ। ਕਾਂਗਰਸ ਸਰਕਾਰ ਕੋਈ ਬਹੁਤ ਵੱਡਾ ਨਜ਼ਰ ਆਉਣ ਵਾਲਾ ਕੰਮ ਨਹੀਂ ਕਰਵਾ ਸਕੀ। ਰੀਜ਼ਨ ਉਹਨਾਂ ਨੂੰ ਬੈਟਰ ਪਤਾ ਕਿ ਕਿਉਂ ਨਹੀਂ ਕਰਵਾ ਸਕੇ। ਕੁਝ ਬਾਗਾਂ ਦੇ ਵਿੱਚ ਜੇ ਉਹਨਾਂ ਨੇ ਜਿਮ ਵਗੈਰਾ ਲਗਾਏ ਤੇ ਅੱਜ ਤੁਸੀਂ ਜਾਂਦੇ ਜਾਂਦੇ ਦੇਖੋਗੇ ਬਿਲਕੁਲ ਮੇਰੇ ਘਰ ਦੇ ਨਾਲ ਹੋਏਗਾ, ਉਹ ਅਪਰੂਟ ਹੋਇਆ ਪਿਆ। ਅਪਰੂਟ ਕਿਉਂ ਹੋ ਗਿਆ ਕਿ ਇਹ ਵੀ ਨਹੀਂ ਬੋਦਰ ਕੀਤਾ ਗਿਆ ਕਿ ਉਹਦੀ ਗਰਾਊਟਿੰਗ ਪ੍ਰੋਪਰ ਕਰਾ ਦਈਏ। ਸਿਰਫ ਇੱਕ ਲਿਪਾ ਪੋਤੀ ਕੀਤੀ ਵੀ ਲਗਾਣੇ ਆ ਕਰਨੇ ਆ। ਰੀਜ਼ਨ ਕਿ ਕਿਉਂ ਇਹੋ ਜਿਹੀਆਂ ਜਿਮਸ ਵਗੈਰਾ ਲੱਗਦੀਆਂ ਤੇ ਉਹ ਮਤਲਬ ਇਹ ਜਿਹੜੀ ਬੇਸਿਕ ਇਮਿਊਨਿਟੀ ਸੀ ਕਿ ਚਲੋ ਬੱਚਿਆਂ ਨੂੰ ਲੇਡੀਜ਼ ਨੂੰ ਅਸੀਂ ਜਿਮ ਦੀ ਦੇ ਦਈਏ, ਉਹ ਵੀ ਪ੍ਰੋਪਰਲੀ ਨਹੀਂ ਉਹ ਕਰ ਪਾਏ। ਯਾਨੀ ਕਿ ਰੱਖ ਰਖਾਵ ਦੇ ਵਿੱਚ ਉਹ ਪਾਰਸ਼ਦ ਪੂਰੀ ਤਰ੍ਹਾਂ ਉਹਨੂੰ ਸੰਭਾਲ ਨਹੀਂ ਪਾਏ। ਗੱਲ ਹੈ ਦੇਖੋ ਜੀ ਕਿ ਇੱਕ ਵਾਰੀ ਇਹੋ ਜਿਹਾ ਮੌਕਾ ਬਣ ਗਿਆ ਸੀਗਾ, ਕਿਉਂਕਿ ਮੈਂ ਸਿਵਲ ਲਾਈਨ ਨਾਰਥ ਮੰਡਲ ਦਾ ਉਦੋਂ ਵੀ ਪ੍ਰਧਾਨ ਸੀਗਾ, ਕਿ ਸਿਵਲ ਲਾਈਨ ਵਨ ਆਫ ਦਾ ਬੈਸਟ 117 ਕੌਂਸਟੀਚੁਐਂਸੀਆਂ ਦੇ ਵਿੱਚੋਂ ਵਨ ਆਫ ਦਾ ਬੈਸਟ ਜਿਹੜੀ ਕੌਂਸਟੀਚੁਐਂਸੀ ਉਹ ਨਾਰਥ ਸੀਗੀ ਜੀ ਅੰਮ੍ਰਿਤਸਰ ਦੀ। ਉਹ ਕਿਉਂ ਸੀਗੀ ਕਿ ਉਹਨੂੰ ਬਹੁਤ ਸੋਹਣਾ ਮੇਨਟੇਨ ਕਰਤਾ ਗਿਆ ਸੀ। ਹੁਣ ਅਗਲੀ ਜਿਹੜੀ ਸਰਕਾਰ ਆਈ ਉਹਨੇ ਕਰਨਾ ਕੁਝ ਨਹੀਂ ਸੀ, ਸਿਰਫ ਮੇਨਟੇਨ ਕਰਨਾ ਸੀ, ਬਟ ਦੇ ਗੋਟ ਫੇਲੀਅਰ ਈਵਨ ਕਿ ਉਹਨੂੰ ਮੇਨਟੇਨ ਕਰਨ 'ਚ ਵੀ ਉਹਨਾਂ ਦਾ ਫੇਲੀਅਰ ਰਿਹਾ। ਅਸੀਂ ਸਿਰਫ ਹੁਣ ਇਸ ਵੇਲੇ ਜਾਣਾਂਗੇ 10 ਨੰਬਰ ਵਾਰਡ ਨੂੰ। 10 ਨੰਬਰ ਵਾਰਡ 'ਚ ਕੀ ਸਮਝਦੇ ਹੋ ਕਿ ਪਿਛਲੇ ਜਿਹੜੇ ਪਾਰਸ਼ਦ ਰਹੇ ਨੇ ਜਾਂ ਜਿਹੜੇ ਪਾਰਸ਼ਦ ਹੁਣ ਇਸ ਵੇਲੇ ਹੈਗੇ ਨੇ ਜੀ, ਉਹਨਾਂ ਦੇ ਕੰਮਾਂ ਨੂੰ ਵੇਖਦੇ ਹਾਂ ਕਿ ਕੀ ਕਮੀਆਂ ਰਹਿ ਗਈਆਂ ਨੇ ਜਿਹੜੀਆਂ ਤੁਸੀਂ ਸਮਝਦੇ ਹੋ ਕਿ ਤੁਸੀਂ ਅਗਰ ਚੁਣਾਵ ਲੜਦੇ ਹੋ ਤਾਂ ਉਹਨਾਂ ਕਮੀਆਂ ਨੂੰ ਪੂਰਾ ਕਰੋਗੇ? ਦੇਖੋ ਐਸਾ ਹੈਗਾ ਕਿ ਇਹ ਵਾਰਡ ਜਿਹੜਾ ਨਾ ਬਾਕੀ ਵਾਰਡਾਂ ਨਾਲੋਂ ਬੜਾ ਡਿਫਰੈਂਟ ਹੈ। ਇੱਥੇ ਕਦੀ ਵੀ ਤੁਹਾਨੂੰ ਜਿਹੜਾ ਹੈ ਉਹ ਲੋੜ ਨਹੀਂ ਪੈਂਦੀ ਕਿ ਜੀ ਇਹ ਬਾਹਰ ਲੜਾਈ ਹੋ ਗਈ ਆ ਜੀ ਥਾਣੇ ਚੱਲੋ ਜੀ, ਇਹ ਕਿਸੇ ਨੇ ਕੁਛ ਉਹ ਕਰ ਦਿੱਤਾ ਤੇ ਥਾਣੇ ਚੱਲੋ ਜੀ, ਇਹੋ ਜਿਹਾ ਨਹੀਂ ਹੈ। ਬੜਾ ਨੀਟ ਕਲੀਨ ਪੌਸ਼ ਕਲੋਨੀ ਹੈ, ਬੜਾ ਨੀਟ ਕਲੀਨ ਹੈ ਜੀ। ਪਰ ਇੱਥੋਂ ਦੇ ਲੋਕੀ ਸੈਂਸਿਟਿਵ ਵੀ ਬੜੇ ਆ ਜੀ। ਉਹ ਜੇ ਮੌਕਾ ਦਿੰਦੇ ਆ ਤੁਸੀਂ ਉਹ ਮੌਕੇ ਨੂੰ ਢੰਗ ਨਾਲ ਉਹਨਾਂ ਦੇ ਨਾਲ ਨਹੀਂ ਡੀਲ ਕਰਦੇ ਤੇ ਉਹ ਅਗਲੀ ਵਾਰੀ ਮੌਕਾ ਤੁਹਾਡੇ ਕੋਲੋਂ ਲੈ ਲੈਂਦੇ ਜੀ। ਸੋ ਜੋ ਮੈਂ ਫੀਲ ਕਰਦਾ ਕਿ ਜਿਹੜੀ ਬੜੀ ਅੱਛੀ ਚਲੋ ਪ੍ਰਭੂ ਦੀ ਕਿਰਪਾ ਹੁੰਦੀ ਕਿਸੇ ਤੇ ਉਹ ਪਾਰਸ਼ਦ ਬੰਦਾ ਜਾਂ ਐਮਐਲਏ ਬੰਦਾ, ਜਿਹੜਾ ਇਹਨਾਂ ਨੂੰ ਮੌਕਾ ਦਿੱਤਾ ਪ੍ਰਭੂ ਨੇ, ਇਹ ਉਹਨੂੰ ਢੰਗ ਦੇ ਨਾਲ ਮੈਨੇਜ ਨਹੀਂ ਕਰ ਪਾਏ। ਨਹੀਂ, ਵਾਰਡ ਦੇ ਵਿੱਚ ਕੀ ਲੋਕਾਂ ਦੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਾਸ਼ ਕਲੋਨੀ ਹੈ, ਇਸ ਪਾਸ਼ ਕਲੋਨੀ ਦੇ ਵਿੱਚ ਲੋਕਾਂ ਦੀ ਜਿਹੜੀ ਇੱਕ ਮੰਗ ਹੁੰਦੀ ਹੈ ਜਾਂ ਜ਼ਰੂਰਤ ਹੁੰਦੀ ਹੈ, ਉਹ ਕੀ ਹੈ ਜਿਹੜੀ ਇਹ ਪੂਰੀ ਨਹੀਂ ਕਰ ਪਾਏ? ਦੇਖੋ ਜੀ, ਮੇਨਲੀ ਇੱਥੋਂ ਦੀ ਐਕਸਪੈਕਟੇਸ਼ਨ ਜਿਹੜੀਆਂ ਹੈਗੀਆਂ ਸਿਵਲ ਲਾਈਨ ਦੇ ਵਿੱਚ ਇਸ ਵਾਰਡ ਦੀਆਂ ਕਿ ਲਾਅ ਐਂਡ ਆਰਡਰ ਮੇਨਟੇਨ ਰਵੇ ਜੀ। ਟ੍ਰੈਫਿਕ ਦੀ ਸਮੱਸਿਆ, ਟ੍ਰੈਫਿਕ ਜਾਮ ਰਹਿੰਦੇ ਆ, ਉਹਦੇ ਲਈ ਕੁਝ ਵੀ ਨਹੀਂ ਹੈ। 4 ਤੁਸੀਂ ਕਾਂਸਟੇਬਲ ਪੁਲਿਸ ਦੇ ਟ੍ਰੈਫਿਕ ਦੇ ਖੜੇ ਕਰੋ, ਮੈਨੇਜ ਹੋ ਜਾਂਦਾ। ਲੇਕਿਨ ਦੇ ਆਰ ਨਾਟ ਈਵਨ ਪੋਜੀਸ਼ਨ ਕਿ ਯਾਰ ਇੱਕ ਵਾਰੀ ਆਪ ਲੰਘ ਕੇ ਵੇਖ ਲਈਏ ਵੀ ਲੋਕੀ ਤੰਗ ਹੋ ਰਹੇ ਆ। ਡੀ ਮਾਰਟ ਹੈ ਜੀ, ਹੈ ਨਾ, ਇੱਥੋਂ ਤੁਸੀਂ 15-15 20 ਮਿੰਟ ਗੱਡੀ ਮੋੜ ਹੀ ਨਹੀਂ ਸਕਦੇ। ਰੀਜ਼ਨ ਬਿਹਾਈਂਡ ਕਿ ਔਕਵਰਡ ਜਿਹੜੀ ਆ ਪਾਰਕਿੰਗ ਕੀਤੀ ਹੋਈ ਹੈ। ਜੇ ਉਹ ਆਪ ਉੱਥੇ ਧਿਆਨ ਕਰਨ, 2 ਪੁਲਿਸ ਵਾਲੇ ਖੜੇ ਕਰ ਦੇਣ, ਗੱਡੀ ਉੱਥੇ ਲੱਗਣ ਨਾ ਦੇਣ, ਮਤਲਬ ਇਟਸ ਜਸਟ ਅ ਮੈਟਰ ਆਫ 2 ਮਿੰਟਸ ਜੌਬ ਕਿ ਉਹਨੂੰ ਪ੍ਰੋਪਰ ਕੀਤਾ ਜਾਏ ਤੇ ਟ੍ਰੈਫਿਕ ਕਮਿਊਟ ਹੁੰਦਾ ਰਹੇ। ਔਰ ਟ੍ਰੈਫਿਕ ਦੀ ਸਮੱਸਿਆ ਪਹਿਲਾਂ ਵੀ ਸੀ। ਹੁਣ ਮੈਂ ਤੁਹਾਨੂੰ ਦੱਸਾਂ ਵਾਟ ਇਜ਼ ਦਾ ਡਿਫਰੈਂਸ। ਟ੍ਰੈਫਿਕ ਦੀ ਸਮੱਸਿਆ ਲਾਰੈਂਸ ਰੋਡ ਤੇ ਪਹਿਲਾਂ ਵੀ ਸੀਗੀ ਜੀ। ਅਸੀਂ ਉਹਦੇ 'ਚ ਡਿਵਾਈਡਰ ਪਾਇਆ ਤਾਂ ਕਿ ਚਾਹੇ ਸਲੋ ਚੱਲੇ ਟ੍ਰੈਫਿਕ ਲੇਕਿਨ ਕਮਿਊਟ ਰਵੇ, ਚੱਲਦਾ ਰਵੇ ਜੀ। ਹੁਣ ਉਹ ਜਿਹੜੀ ਉਹ ਮੋੜ ਹੈ, ਉਸ ਮੋੜ ਤੇ ਆ ਕੇ ਰੁਕ ਜਾਂਦਾ, ਇੱਧਰ ਵੀ ਰੁਕ ਜਾਂਦਾ, ਉੱਧਰ ਵੀ ਰੁਕ ਜਾਂਦਾ ਹੈ। ਛੋਟਾ ਜਿਹਾ ਦਿਮਾਗ ਲਾ ਕੇ ਕਰਨ ਦਾ ਵੀ 2 ਪੁਲਿਸ ਵਾਲੇ ਖੜੇ ਕਰੋ, ਇੱਥੇ ਗੱਡੀ ਨਹੀਂ ਲੱਗੇਗੀ ਤੇ ਇੱਥੋਂ ਮੁੜ ਜਾਏਗਾ। ਔਰ ਲੋਕਾਂ ਨੇ ਬੜੀ ਵਾਰੀ ਕਿਹਾ, ਲੇਕਿਨ ਜਦੋਂ ਸੁਣਦੇ ਨਹੀਂ, ਉੱਤੇ ਫਾਰਮੂਲੇਟ ਨਹੀਂ ਕੀਤਾ ਜਾਂਦਾ, ਕੁਛ ਉਹਨੂੰ ਅੱਗੇ ਨਹੀਂ ਕੀਤਾ ਜਾਂਦਾ ਤੇ ਉਹ ਰੁਸ਼ਟ ਹੋ ਜਾਂਦੇ, ਚੁੱਪ ਕਰਕੇ ਘਰ ਬਹਿ ਜਾਂਦੇ। ਟ੍ਰੈਫਿਕ ਦੀ ਸਮੱਸਿਆ ਤੁਸੀਂ ਸਮਝਦੇ ਹੋ ਕਿ ਇਸ ਵਾਰਡ ਦੇ ਵਿੱਚ ਹੈਗੀ ਹੈ ਲਾਰੈਂਸ ਰੋਡ ਤੇ ਮੇਨਲੀ ਬਸ। ਔਰ ਵਾਰਡ ਦੇ ਵਿੱਚ ਜੇ ਹੋਰ ਦੇਖੀਏ, ਜਿਸ ਤਰ੍ਹਾਂ ਸੀਵਰੇਜ, ਪਾਣੀ, ਸਟਰੀਟ ਲਾਈਟ ਜਾਂ ਹੋਰ ਜਿਹੜੀ ਮੁੱਦੇ ਨੇ, ਉਹਨਾਂ ਤੇ ਤੁਸੀਂ ਸਮਝਦੇ ਹੋ ਕਿ ਤੁਹਾਡੀ ਵਾਰਡ ਬਿਲਕੁਲ ਠੀਕ ਚੱਲ ਰਹੀ ਹੈ? ਨਹੀਂ, ਉਹਦੇ ਤੇ ਵੀ ਇਸ ਤਰ੍ਹਾਂ ਹੈਗਾ ਕਿ ਪ੍ਰੀਵੀਅਸਲੀ ਕੀ ਸੀਗਾ ਕਿ ਅਸੀਂ ਆਪਣੇ ਸਮੇਂ ਤੇ ਕੁਝ ਸੀਵਰੇਜ ਮੈਨ ਰੱਖੇ ਹੋਏ ਸੀਗੇ ਜੀ। ਉਹਨਾਂ ਨੂੰ ਪੇ ਕੀਤਾ ਜਾਂਦਾ ਸੀ ਔਰ ਉਹ ਬੰਦੇ ਉਸੇ ਵੇਲੇ ਜਾ ਕੇ ਕਰਦੇ ਸੀ। ਉਹ ਡਰਦੇ ਸੀ ਜੀ ਕਿ ਵੀ ਸਾਡੀ ਕੰਪਲੇਂਟ ਹੋ ਜਾਣੀ ਹੈ, ਸਾਨੂੰ ਜਿੰਨੀਆਂ ਵੀ ਮਾਰਨਿੰਗ ਕੰਪਲੇਂਟਸ ਮਿਲੀਆਂ ਅਸੀਂ ਬਾਈ ਈਵਨਿੰਗ ਕਰਨੀ ਹੈ। ਹੁਣ ਮੈਂ ਕੀ ਦੇਖਦਾ ਬੜਾ, ਕਿਉਂਕਿ ਲੋਕ ਮੈਨੂੰ ਵੀ ਆ ਕੇ ਅਪਰੋਚ ਕਰਦੇ ਆ ਕਿ ਉਹ ਇੱਕ ਅੱਧੀ ਕੰਪਲੇਂਟ ਕਰਦੇ
ਉਸ ਤੋਂ ਬਾਅਦ ਜਿਹੜਾ ਕੋਈ ਸੋ ਕਾਲਡ, ਮੈਂ ਆਈ ਨੈਵਰ ਵਿਜ਼ਿਟਡ, ਬਟ ਜਿਹੜਾ ਕੋਈ ਸੋ ਕਾਲਡ ਉਹਨਾਂ ਦਾ ਆਫਿਸ ਹੈ ਉਹ ਉੱਥੇ ਜਾ ਕੇ ਬਹਿ ਜਾਂਦੇ ਆ। ਲੋਕੀ ਕਲਪਦੇ ਰਹਿੰਦੇ ਆ ਕਿ ਯਾਰ ਇਹ ਹੈ, ਅੱਛਾ ਜੇ 2-3 ਦਿਨ ਹੋ ਜਾਂਦੇ ਦੇ ਨੋ ਇਟ ਕਿ ਇਹ ਪੌਸ਼ ਇਲਾਕਾ, ਜੀ ਕੋਈ ਵੀ 1 ਦਿਨ 2 ਦਿਨ ਰੁਕ ਨਹੀਂ ਸਕਦਾ। ਉਹ ਕੀ ਕਹਿੰਦੇ ਯਾਰ ਨਹੀਂ ਤੁਸੀਂ ਉਸ ਤਰ੍ਹਾਂ ਕਰਨਾ, ਤੁਸੀਂ ਪ੍ਰਾਈਵੇਟਲੀ ਕਰ ਲਓ, 500-700 ਹਜ਼ਾਰ ਲਵੋ, ਸਾਡਾ ਖੋਲ ਦਿਓ। ਉਹ ਮਤਲਬ ਇੱਕ ਨਵਾਂ ਵਿਸ਼ੀਅਸ ਸਰਕਲ ਬਣ ਗਿਆ। ਯਾਨੀ ਕਿ ਸੀਵਰੇਜ ਦੀ ਪ੍ਰੋਬਲਮ ਇਸ ਪੋਸ਼ ਕਲੋਨੀ 'ਚ ਵੀ ਹੈ ਜੀ, ਕਿਉਂਕਿ ਕੰਸਟਰਕਸ਼ਨ ਵਰਕ ਹੁੰਦਾ ਰਹਿੰਦਾ, ਸੀਵਰੇਜ ਜਾਮ ਹੋ ਜਾਂਦੇ ਆ ਜੀ। ਔਰ ਨੋ ਡਾਊਟ ਹੁਣ ਕਾਲੋਨੀ ਵਸਿਆਂ ਵੀ ਇਹ ਵਾਰਡ ਨੂੰ ਵੀ, ਇਟਸ ਐਨ 올ਡ ਵਾਰਡ, ਤੇ ਕੁਝ ਸੀਵਰੇਜ ਲਾਈਨਸ ਜਿਹੜੀਆਂ ਉਹ ਛੋਟੀਆਂ ਹੈਗੀਆਂ, ਉੱਥੇ ਬਲੋਕੇਜ ਆਉਂਦੀ ਹੈ। ਜੇ ਅਸੀਂ ਗੱਲ ਕਰੀਏ ਜਿਸ ਤਰ੍ਹਾਂ ਬਾਕੀ ਸ਼ਹਿਰ 'ਚ ਕਈ ਜਗ੍ਹਾ 'ਤੇ ਸ਼ਿਕਾਇਤਾਂ ਮਿਲਦੀਆਂ ਪਾਣੀ ਦੀ ਕਮੀ ਜਾਂ ਫਿਰ ਸਟਰੀਟ ਲਾਈਟ ਦਾ ਨਾ ਠੀਕ ਤਰ੍ਹਾਂ ਕੰਮ ਕਰਨਾ, ਕੋਈ ਇਸ ਤਰ੍ਹਾਂ ਦੀ ਵਾਰਡ 'ਚ ਕੰਪਲੇਂਟ ਤੇ ਨਹੀਂ? ਦੇਖੋ ਇਸ ਤਰ੍ਹਾਂ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਉਸ ਵੇਲੇ ਜਦੋਂ ਅਸੀਂ ਸੱਤਾ 'ਚ ਸੀਗੇ, ਅਸੀਂ ਐਡਾ ਸੋਹਣਾ ਸਟਰੀਟ ਲਾਈਟ ਕੀਤਾ, ਤੁਸੀਂ ਜਾਂਦੇ ਜਾਂਦੇ ਵੀ ਦੇਖੋਗੇ ਕਿ ਹਰ ਇੱਕ ਪੁਆਇੰਟ ਤੇ ਤੁਹਾਡੇ ਕੋਲ ਸਟਰੀਟ ਲਾਈਟ ਹੈਗੀ ਹੈ ਜੀ। ਠੀਕ ਹੈ, ਜੇ ਉਹ ਖਰਾਬ ਹੈ ਤੇ ਉਹਨੂੰ ਠੀਕ ਕਰਨ 'ਚ ਕੋਈ ਸਮੇਂ ਲੱਗਦਾ, ਅਦਰਵਾਈਜ਼ ਸਟਰੀਟ ਲਾਈਟ ਜਿਹੜੀ ਆ ਉਹ ਸਮੇਂ ਦੀਆਂ ਹੀ ਆ ਜੀ। ਵਿੱਚ ਇਹਨਾਂ ਨੇ ਕੁਝ ਚੇਂਜ ਕੀਤੀਆਂ ਹੋਣੀਆਂ, ਕੁਝ ਜਿਹੜੇ ਸਮਾਰਟ ਸਿਟੀ ਫੰਡਸ ਆਏ ਉਹਦੇ 'ਚ ਸਟਰੀਟ ਲਾਈਟਸ ਇਹਨਾਂ ਨੇ ਚੇਂਜ ਕੀਤੀਆਂ, ਬਟ ਅਦਰਵਾਈਜ਼ ਖਾਲੀ ਸਟਰੀਟ ਲਾਈਟ ਲਗਾਉਣ ਦੇਣਾ ਨਹੀਂ। ਇਹ ਸੋਚਣਾ ਕਿ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਲਾਈਟ ਇੰਨੀ ਕਿ ਸਾਨੂੰ ਚਾਹੀਦੀ ਹੈ, ਉਹ ਅਸੀਂ ਪਹਿਲਾਂ ਤੋਂ ਸਾਰਾ ਵਰਕਆਊਟ ਹੈ ਸਾਰੇ ਵਾਰਡ 'ਚ ਕੀਤਾ ਹੋਇਆ। ਸ਼੍ਰੀਧਰ ਜੀ, ਅਗਰ ਵਾਰਡ ਦੀ ਗੱਲ ਕਰੀਏ ਕਿ ਤੁਸੀਂ ਜਦੋਂ ਚੁਣਾਵ ਲੜੋਗੇ ਜੀ, ਤੁਸੀਂ ਕੀ ਸੁਧਾਰ ਇਸ ਵਾਰਡ ਦੇ ਵਿੱਚ ਸਮਝਦੇ ਹੋ ਕਿ ਕਰ ਸਕਦੇ ਹੋ, ਜਾਂ ਜਿਹਦੀ ਜ਼ਰੂਰਤ ਹੈ ਉਹ ਕੀ ਚੀਜ਼ਾਂ ਨੇ? ਦੇਖੋ ਇਸ ਤਰ੍ਹਾਂ ਹੈਗਾ ਕਿ ਪਿਛਲੇ ਲਗਭਗ 25 ਸਾਲ ਤੋਂ ਮੈਂ ਆਪਣੀ ਪਾਰਟੀ ਦੇ ਕੈਂਡੀਡੇਟਸ ਨੂੰ ਇਲੈਕਸ਼ਨ ਇਸ ਵਾਰਡ 'ਚ ਲੜਾ ਰਿਹਾ ਜੀ। ਔਰ ਹਰ ਸਮੱਸਿਆ ਲੋਕਾਂ ਦੀ ਕੀ ਹੈ ਮੈਨੂੰ ਪਤਾ ਜੀ। ਉਹਦਾ ਨਿਵਾਰਨ ਕਿਸ ਤਰ੍ਹਾਂ ਹੋਣਾ ਉਹ ਇੰਨੇ ਸਾਲਾਂ 'ਚੋਂ ਬਖੂਬੀ ਮੈਂ ਜਾਣਦਾ ਜੀ। ਔਰ ਇਸ ਵਾਰਡ 'ਤੇ ਬਹੁਤ ਜ਼ਿਆਦਾ ਜਿਹੜਾ ਨਾ ਉਹ ਜ਼ਰੂਰਤ ਨਹੀਂ ਹੈ ਜੀ। ਥੋੜ੍ਹਾ ਜਿਹਾ ਆਪਣਾਪਨ, ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ, ਤੇ ਉਹਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਨਾ ਉਹ ਸੋਲਵ ਹੋ ਜਾਂਦੀਆਂ। ਲੋਕੀ ਸੈਂਸਿਟਿਵ ਹੈ, ਮੈਂ ਬਾਰ-ਬਾਰ ਕਰਨਾ ਇੱਥੋਂ ਦੇ, ਉਹ ਥੋੜ੍ਹਾ ਜਿਹਾ ਤੁਹਾਡੇ ਕੋਲ ਆਉਂਦੇ ਆ, ਜੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਨਹੀਂ ਟਰੀਟ ਕਰਦੇ ਜਾਂ ਉਹਨਾਂ ਦਾ ਸਮੇਂ ਸਿਰ ਉਹਨਾਂ ਦੀ ਜਿਹੜੀ ਕੋਈ ਵੀ ਸ਼ਿਕਾਇਤ ਉਹਦਾ ਨਿਵਾਰਨ ਨਹੀਂ ਕਰਦੇ, ਤੇ ਉਹ ਬਹੁਤ ਸੈਂਸਿਟਿਵ ਹੈ। ਉਹ ਉਸ ਵੇਲੇ ਤਾਂ ਕੁਝ ਨਹੀਂ ਕਹਿੰਦੇ, ਲੇਕਿਨ ਜਦੋਂ ਚੁਣਾਵ ਆਉਂਦਾ ਤੇ ਆਪਣਾ ਰੋਸ਼ ਜ਼ਰੂਰ ਦਿਖਾਉਂਦੇ ਆ। ਇਹ ਮੈਂ ਇੰਨੇ ਸਾਲਾਂ 'ਚ ਆਬਜ਼ਰਵ ਕੀਤਾ। ਇਹਦਾ ਮਤਲਬ ਮੰਨ ਕੇ ਚੱਲੀਏ ਕਿ ਜਿਹੜਾ ਪਿਛਲਾ ਚੁਣਾਵ ਭਾਜਪਾ ਹਰੀ ਹੈ ਖਾਸ ਕਰ 10 ਨੰਬਰ 'ਚੋਂ, ਤੇ ਸ਼ਾਇਦ ਇਹੀ ਕਾਰਨ ਰਿਹਾ ਕਿ ਠੀਕ ਤਰੀਕੇ ਨਾਲ ਲੋਕਾਂ ਨਾਲ ਡੀਲ ਨਹੀਂ ਕੀਤਾ ਗਿਆ, ਲੋਕਾਂ ਨੂੰ ਸਹੀ ਤਰੀਕੇ ਨਾਲ ਸੁਣਿਆ ਨਹੀਂ ਗਿਆ, ਜਦ ਕਿ ਇਸ ਵਾਰਡ ਤੋਂ ਪਾਰਸ਼ਦ ਮੇਅਰ ਸੀ। ਨਹੀਂ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਯੂਜੂਅਲੀ ਕੀ ਹੁੰਦਾ, ਐਂਡ ਇਟ ਇਜ਼ ਐਪਲੀਕੇਬਲ ਐਵਰੀਵੇਅਰ, ਜਦੋਂ ਤੁਸੀਂ ਚੁਣਾਵਾਂ ਦੇ ਵਿੱਚ ਜਾਂਦੇ ਹੋ ਕਿ ਇੱਕ ਨਾ ਐਂਟੀ ਇਨਕੰਬੈਂਸੀ ਆ ਜਾਂਦੀ ਹੈ ਜੀ। ਅੱਛਾ, ਉਹ ਸਾਡੇ ਜਿਹੜੇ ਪਾਰਸ਼ਦ ਸੀ ਉਹ ਪਿਛਲੇ 10 ਸਾਲ ਤੋਂ ਲਗਾਤਾਰ ਪਾਰਸ਼ਦ ਸੀਗੇ। ਮੈਂ ਜਿਹੜੀ ਪਹਿਲਾਂ ਗੱਲ ਕੀਤੀ, ਲੋਕਾਂ ਦੀਆਂ ਐਕਸਪੈਕਟੇਸ਼ਨਸ ਹੁੰਦੀਆਂ, ਔਰ ਜਿਹੜਾ ਕੋਈ ਵੀ ਪਾਰਸ਼ਦ ਹੈ ਜਾਂ MLA ਹੈ ਜਾਂ ਮੰਤਰੀ ਹੈ, ਉਹ ਲੋਕਾਂ ਦੀ ਜਿਹੜੀ ਐਕਸਪੈਕਟੇਸ਼ਨ 100% ਨਹੀਂ ਪੂਰੀ ਕਰ ਸਕਦਾ। ਨਹੀਂ, ਮੇਰਾ ਸਵਾਲ ਸੀ ਸੱਤਾ ਵਿਰੋਧੀ ਲਹਿਰ ਸੀ, ਤੁਸੀਂ ਕਿਹਾ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿਉਂਕਿ ਜੋ ਇੱਕ ਤਰ੍ਹਾਂ ਦਾ ਰਿਜ਼ਲਟ ਆਇਆ 92 ਸੀਟਾਂ ਜੀ ਤੁਸੀਂ ਦੇਖੋ ਆਈਆਂ ਨੇ, ਉਹ ਮੰਨ ਲਿਆ ਜੀ। ਜੋ ਉਸ ਤੋਂ ਪਹਿਲੇ ਦੀ ਅਸੀਂ ਕਾਰਪੋਰੇਸ਼ਨ ਦੀ ਗੱਲ ਕਰੀਏ ਤੇ ਉਦੋਂ ਕਾਂਗਰਸ ਆਈ, ਸੱਤਾ ਵਿਰੋਧੀ ਲਹਿਰ ਦਾ ਅਸਰ ਆ ਗਿਆ। ਲੇਕਿਨ ਜਿਹੜਾ ਸਵਾਲ ਸੀ, ਕਿਆ ਇਹ ਵੀ ਤੁਸੀਂ ਮੰਨਦੇ ਹੋ ਕਿ ਉਸ ਟਾਈਮ ਦੇ ਮੇਅਰ ਬਖਸ਼ੀ ਰਾਮ ਅਰੋੜਾ ਜੀ ਜਿਹੜੇ ਇਸ ਵਾਰਡ ਦੇ ਵਿੱਚ ਕੌਂਸਲਰ ਚੁਣੇ ਗਏ ਸੀ, ਉਹਨਾਂ ਨੇ ਵੀ ਲੋਕਾਂ ਨੂੰ ਪੂਰੀ ਤਰ੍ਹਾਂ ਠੀਕ ਤਰੀਕੇ ਨਾਲ ਡੀਲ ਨਹੀਂ ਕੀਤਾ, ਜਾਂ ਉਹ ਲੋਕਾਂ ਦੀ ਗੱਲ ਪੂਰੀ ਤਰੀਕੇ ਨਾਲ ਹੱਲ ਨਹੀਂ ਕਰ ਸਕੇ। ਜੇ ਲੋਕ ਉਹਨਾਂ ਕੋਲ ਜਾਂਦੇ ਸੀ ਤੇ ਇੱਕ ਬਿਹੇਵੀਅਰ ਜਿਸ ਤਰ੍ਹਾਂ ਆਪਾਂ ਕਹਿੰਦੇ ਉਹ ਉਹਨਾਂ ਦਾ ਠੀਕ ਨਹੀਂ ਰਿਹਾ। ਐਕਚੁਅਲੀ ਦੇਖੋ ਜੀ ਕਿ ਇਹ ਤਾਂ ਗੱਲ ਹੈਗੀ ਆ ਕਿ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਕਿ ਐਂਟੀ ਇਨਕੰਬੈਂਸੀ ਉਸ ਵੇਲੇ ਸੀਗੀ, 10 ਸਾਲ ਤੋਂ ਪਾਰਸ਼ਦ ਵੀ ਸੀਗੇ, ਔਰ ਹੋ ਸਕਦਾ ਨਾ ਜੇ ਨਾਰਾਜ਼ਗੀ ਆ ਲੋਕਾਂ ਦੀ ਉਹ ਉਹਨਾਂ ਨੇ ਪਹਿਲਾਂ ਨਹੀਂ ਜ਼ਾਹਰ ਕੀਤੀ, ਲੇਕਿਨ ਉਸ ਵੇਲੇ ਇਲੈਕਸ਼ਨ 'ਚ ਉਹਨਾਂ ਨੇ ਜ਼ਾਹਿਰ ਕੀਤੀ, ਔਰ ਉਹਦੇ 'ਚ ਕਈ ਫੈਕਟਰਸ ਹੋ ਸਕਦੇ ਜੀ। ਉਹਦੇ ਜਿਹੜਾ ਤੁਸੀਂ ਫੈਕਟਰ ਕਹਿ ਰਹੇ ਹੋ ਉਹ ਫੈਕਟਰ ਵੀ ਹੋ ਸਕਦਾ, ਬਾਕੀ ਸਭ ਫੈਕਟਰ ਵੀ ਸੀ, ਸਾਰਾ ਰਲ ਕੇ ਜਿਹੜਾ ਨਾ ਉਹ ਬਣਿਆ, ਤੇ ਇਸ ਕਰਕੇ ਉਹ ਚੀਜ਼ ਹੋਈ ਹੈ। ਸ਼੍ਰੀਧਰ ਜੀ, ਇੱਕ ਤੇ ਅਸੀਂ ਹੁਣ ਕਿਉਂਕਿ ਜਿਸ ਤਰ੍ਹਾਂ ਤੁਸੀਂ ਇੱਛਾ ਜ਼ਾਹਿਰ ਕੀਤੀ ਹੈ ਕਿ ਤੁਸੀਂ ਇਸ ਵਾਰ 10 ਨੰਬਰ ਤੋਂ ਚੁਣਾਵ ਲੜੋਗੇ, ਕਿਆ ਤੁਹਾਨੂੰ ਟਿਕਟ ਦੇ ਮਾਮਲੇ 'ਚ ਤੁਸੀਂ ਸਮਝਦੇ ਹੋ ਕਿ ਕੋਈ ਦਿੱਕਤ ਆਏਗੀ ਜਾਂ ਨਹੀਂ ਆਏਗੀ? ਦੇਖੋ ਜੀ, ਟਿਕਟ ਦੀ ਜਿਹੜੀ ਗੱਲ ਹੁੰਦੀ ਹੈ ਉਹ ਆਲਵੇਜ਼ ਪਾਰਟੀ ਇਜ਼ ਦਾ ਬੈਸਟ ਜੱਜ ਜੀ, ਕਿ ਉਹਨਾਂ ਨੇ ਕਿਹਨੂੰ ਟਿਕਟ ਦੇਣੀ ਹੈ। ਜੀ।
ਔਰ ਜੋ ਮੈਂ ਸਮਝਦਾ ਕਿ ਪਾਰਟੀ ਹਮੇਸ਼ਾ ਵਿਨਿੰਗ ਹਾਰਸ ਦੇ ਉੱਪਰ ਆਪਣਾ ਦਾ ਲਾਂਦੀ ਹੈ, ਜਿਹੜਾ ਟਿਕਟ ਲੈ ਕੇ ਇਲੈਕਸ਼ਨ ਜਿੱਤ ਵੀ ਸਕੇ। ਖਾਲੀ ਟਿਕਟ ਲੈਣਾ ਇਜ਼ ਮੋਟਿਵ ਨਹੀਂ ਹੁੰਦਾ ਪਾਰਟੀ ਦਾ, ਉਹਦਾ ਅੱਗੇ ਵੀ ਹੁੰਦਾ ਕਿ ਉਹ ਉਹਨਾਂ ਦਾ ਬੰਦਾ ਉਸ ਇਲੈਕਸ਼ਨ ਨੂੰ ਜਿੱਤ ਕੇ ਪਾਰਟੀ ਨੂੰ ਇੱਕ ਜਿਹੜੀ ਹੈ ਸੀਟ ਉਹਦੀ ਝੋਲੀ 'ਚ ਪਾਵੇ। ਸੋ ਮੈਂ ਪਿਛਲੇ 25 ਸਾਲ ਤੋਂ ਕਰ ਰਿਹਾ ਔਰ ਮੰਡਲ ਅਧਿਅਕਸ਼ ਰਿਹਾ 3 ਵਾਰੀ, 2 ਵਾਰੀ ਸੈਕਟਰੀ ਰਿਹਾ ਜ਼ਿਲ੍ਹੇ ਦੇ ਵਿੱਚ। ਉਹਨਾਂ ਨੂੰ ਵੀ ਪਤਾ ਕਿ ਇਹਦੀ ਵਾਰਡ ਦੇ ਵਿੱਚ ਬੜੀ ਅੱਛੀ ਪਕੜ ਹੈ ਔਰ ਇਹ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਬਖੂਬੀ ਸਮਝਦਾ ਔਰ ਉਹਨਾਂ ਦਾ ਨਿਵਾਰਨ ਵੀ ਬੜਾ ਵਧੀਆ ਕਰਾ ਕੇ ਦੇ ਸਕਦਾ। ਸੋ ਆਮ ਹੋਪਫੁਲ ਕਿ ਪਾਰਟੀ ਐਤਕੀ ਸੋਚ ਸਮਝ ਕੇ ਟਿਕਟ ਜਿਹੜੀ ਦੇ। ਇਸ ਤੋਂ ਪਹਿਲੇ ਕਦੀ ਟਿਕਟ ਤੁਸੀਂ ਮੰਗੀ ਹੋਵੇ ਜਾਂ ਤੁਹਾਨੂੰ ਨਾ ਮਿਲੀ ਹੋਵੇ ਜਾਂ ਤੁਸੀਂ ਮੰਗੀ ਹੋ ਨਹੀਂ, ਕੀ ਕਾਰਨ? ਗੱਲ ਇਸ ਤਰ੍ਹਾਂ ਕਿ ਜਿਹੜੀ ਮੰਗਣ ਵਾਲੀ ਗੱਲ ਹੁੰਦੀ ਹੈ ਉਹ ਕੋਈ ਵੀ ਮੰਗ ਸਕਦਾ। ਮੈਂ ਵੀ 2 ਵਾਰੀ ਅੱਗੇ ਵੀ ਅਪਲਾਈ ਕੀਤਾ ਸੀਗਾ, ਲੇਕਿਨ ਉਸ ਸਮੇਂ ਪਾਰਟੀ ਸੋਚਦੀ ਸੀ ਕਿ ਮੇਰੇ ਨਾਲੋਂ ਜਿਹੜਾ ਦੂਸਰਾ ਕੈਂਡੀਡੇਟ ਹੈ ਉਹ ਸ਼ਾਇਦ ਵਿਨਿੰਗ ਪੋਜੀਸ਼ਨ 'ਚ ਜ਼ਿਆਦਾ ਹੈ, ਇਸ ਕਰਕੇ ਉਹਨਾਂ ਨੇ ਉਸ ਵੇਲੇ ਉੱਥੇ ਕੀਤਾ ਸੀਗਾ। ਬਟ ਦਿਸ ਟਾਈਮ ਆਈ ਐਮ ਵੈਰੀ ਹੋਪਫੁਲ ਕਿ ਟਿਕਟ ਜਿਹੜੀ ਉਹ ਪਾਰਟੀ ਜ਼ਰੂਰ ਮੈਨੂੰ ਦੇਗੀ ਔਰ ਮੇਰਾ ਵੀ ਇਹ ਵਾਅਦਾ ਹੈ ਕਿ ਜੇ ਮੈਨੂੰ ਟਿਕਟ ਮਿਲਦੀ ਹੈ ਮੈਂ ਪਾਰਟੀ ਦੀ ਇੱਕ ਸੀਟ ਜ਼ਰੂਰ ਇਨਕਰੀਜ਼ ਕਰਾਂਗਾ। ਆਈ ਵਿਲ ਪੁੱਟ ਐਵਰੀ ਐਫਰਟ ਕਿ ਭਾਰਤੀ ਜਨਤਾ ਪਾਰਟੀ ਨੂੰ ਮੈਂ ਸੀਟ ਜਿੱਤ ਕੇ ਦੇਵਾਂ। ਆਸ਼ਾਵਾਦੀ ਇਨਸਾਨ ਨੂੰ ਹੋਣਾ ਚਾਹੀਦਾ ਹੈ। ਤੁਹਾਨੂੰ ਟਿਕਟ ਮਿਲੇਗੀ ਜਾਂ ਨਹੀਂ ਮਿਲੇਗੀ ਤੇ ਭਵਿੱਖ ਦੇ ਗਰਭ 'ਚ ਹੈ, ਲੇਕਿਨ ਜਾਨਣਾ ਚਾਹੁੰਦੇ ਹਾਂ ਜੇ ਤੁਸੀਂ ਉਮੀਦਵਾਰ ਪਾਰਟੀ ਵੱਲੋਂ ਬਣ ਜਾਂਦੇ ਹੋ ਜੀ ਤੇ ਕੀ ਤੁਹਾਡੀ ਪਹਿਲ ਰਹੇਗੀ ਕਿ ਤੁਸੀਂ ਆਪਣੀ ਵਾਰਡ ਨੂੰ ਇੱਕ ਵਧੀਆ ਮਾਹੌਲ ਦੇਣ ਵਾਸਤੇ ਪ੍ਰਾਥਮਿਕਤਾ ਦੇ ਤੌਰ ਤੇ ਕਿਹੜੇ ਕੰਮ ਕਰੋਗੇ? ਦੇਖੋ, ਪ੍ਰਾਥਮਿਕਤਾ ਦੇ ਤੌਰ ਤੇ ਇੱਕ ਤਾਂ ਟ੍ਰੈਫਿਕ ਦੀ ਸਮੱਸਿਆ ਜੀ, ਉਹਦਾ ਨਿਵਾਰਨ ਵੀ ਮੇਰੇ ਕੋਲ ਹੈ। ਬਹੁਤ ਲੰਬਾ ਚੌੜਾ ਉੱਤੇ ਕੁਝ ਨਹੀਂ ਲੱਗਣਾ, ਥੋੜਾ ਜਿਹਾ ਦਿਮਾਗ ਲਗਾਓ ਤੇ ਉਹਦਾ ਨਿਵਾਰਨ ਹੋ ਜਾਂਦਾ। ਦੂਸਰਾ ਜਿਹੜਾ ਸਾਰਿਆਂ ਨਾਲੋਂ ਵੱਡਾ ਮੁੱਦਾ ਸਿਵਲ ਲਾਈਨ 'ਚ ਹੈ ਉਹ ਹੈ ਲਾ ਐਂਡ ਆਰਡਰ ਦਾ, ਜਿਹੜਾ ਕਿ ਇਸ ਵਾਰੀ ਅਪਸੈਟ ਹੋਇਆ ਬਹੁਤ ਬੁਰੀ ਤਰ੍ਹਾਂ ਨਾਲ। ਔਰ ਉਹਦੇ ਵਿੱਚ ਕੀ ਹੈ, ਕਿਉਂਕਿ ਤਨਾਡਾ ਇਲਾਕਾ, ਅਮੀਰ ਲੋਕ ਰਹਿੰਦੇ ਆ, ਜਿਹੜਾ ਚੋਰੀ ਚਕਾਰੀ ਵਾਲਾ ਕੰਮ ਆ ਉਹ ਵੀ ਥੋੜਾ ਜਿਹਾ ਵਧਿਆ ਜੀ। ਲੇਕਿਨ ਕੀ ਹੈਗਾ ਕਿ ਅਗਰ ਤੁਸੀਂ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਮੁਸਤੈਦ ਰੱਖੋ ਤੇ ਉਹਦੇ ਤੇ ਵੀ ਨਕੇਲ ਪੈ ਜਾਂਦੀ ਹੈ, ਕੋਈ ਐਸੀ ਗੱਲ ਨਹੀਂ ਹੈਗੀ। ਰੀਸੈਂਟਲੀ ਇੱਕ ਥੋੜ੍ਹੇ ਮਹੀਨੇ ਹੋਏ ਉਹ ਇੱਕ ਚੋਰੀ ਹੋਈ ਸੀਗੀ ਤੇ ਜਿਹੜਾ ਜਨ ਪ੍ਰਤੀਨਿਧੀ ਹੈ, ਜੇ ਉਹਦੀ ਇੱਛਾ ਹੈਗੀ ਹੈ ਜੀ ਕਿ ਮੈਂ ਇਹਨੂੰ ਸੋਲਵ ਕਰਨਾ ਤੇ ਉਹ ਕੁਝ ਘੰਟਿਆਂ 'ਚ ਹੀ ਸੋਲਵ ਹੋ ਗਈ ਸੀ। ਸੋ ਕਹਿਣ ਦਾ ਮਤਲਬ ਹੈ ਕਿ ਕੋਈ ਐਡਾ ਵਿਕਰਾਲ ਸਮੱਸਿਆ ਨਹੀਂ ਹੈਗੀ। ਜਿਹੜੀਆਂ ਛੋਟੀਆਂ ਸਮੱਸਿਆਵਾਂ ਵੀ ਆ ਉਹਨਾਂ ਦਾ ਨਿਵਾਰਨ ਹੋ ਸਕਦਾ ਅਗਰ ਤੁਸੀਂ ਪੋਜ਼ਿਟਿਵਲੀ ਉਹ ਸਾਰੀ ਚੀਜ਼ ਨੂੰ ਲੈ ਕੇ ਚੱਲਦੇ ਹੋ। ਤੇ ਸ਼੍ਰੀਧਰ ਜੀ, ਤੁਸੀਂ ਸਾਡੇ ਵਾਸਤੇ ਸਮੇਂ ਕੱਢਿਆ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਮੈਂ ਆਪਣੇ ਵੱਲੋਂ ਔਰ ਪਬਲਿਕ ਦਿਲਾਸਾ ਚੈਨਲ ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਲਈ ਇੰਨਾ ਸਮੇਂ ਕੱਢਿਆ। ਰਾਜੇਸ਼ ਜੀ, ਮੈਂ ਤੁਹਾਡਾ ਔਰ ਪਬਲਿਕ ਦਿਲਾਸਾ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਆ ਕੇ ਪਾਰਟੀ ਦੇ ਪ੍ਰਤੀ ਜਾਂ ਮੇਰੇ ਪ੍ਰਤੀ ਜਿਹੜੇ ਕੋਈ ਵਿਚਾਰ ਹੈ ਉਹ ਸਾਂਝੇ ਕਰਵਾਏ ਔਰ ਤੁਸੀਂ ਇਹ ਇੱਕ ਰੱਖਿਆ ਕਿ ਮੈਂ ਆਪਣੀ ਗੱਲ ਇੱਕ ਇਸ ਪਲੇਟਫਾਰਮ 'ਤੇ ਰੱਖ ਸਕਾਂ, ਜਿਹਨੂੰ ਕਿ ਜਿਹੜਾ ਤੁਹਾਡਾ ਪਲੇਟਫਾਰਮ ਹੈ ਬਹੁਤ ਵੱਡਾ ਪਲੇਟਫਾਰਮ ਹੈ ਔਰ ਬਹੁਤ ਸਰੋਤੇ ਆ ਉਹਦੇ, ਤੇ ਮੈਂ ਤੁਹਾਡਾ ਬਹੁਤ ਧੰਨਵਾਦੀ। ਥੈਂਕ ਯੂ ਜੀ। ਥੈਂਕ ਯੂ ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ, ਸੁਰਜੀਤ ਸ਼੍ਰੀਧਰ ਜੋ ਕਿ ਵਾਰਡ ਨੰਬਰ 10 ਤੋਂ ਚੁਣਾਵ ਲੜਨ ਦੀ ਇੱਛਾ ਰੱਖਦੇ ਹੈ ਔਰ ਉਹਨਾਂ ਨੇ ਦੱਸਿਆ ਕਿ ਅਗਰ ਉਹ ਚੁਣਾਵ ਲੜਦੇ ਹੈ ਤੇ ਇਸ ਵਾਰਡ ਦੀਆਂ ਜਿਹੜੀ ਕੁਝ ਛੋਟੀ ਸਮੱਸਿਆਵਾਂ ਜਿਸ ਤਰ੍ਹਾਂ ਟ੍ਰੈਫਿਕ ਹੋ ਗਿਆ ਜਾਂ ਹੋਰ ਨੇ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹ ਹੱਲ ਕਰਾਉਣਗੇ। ਮੈਂ ਰਾਜੇਸ਼ ਅਰੋੜਾ ਇੱਕ ਨਵੀਂ ਸ਼ਖਸੀਅਤ ਦੇ ਨਾਲ ਜਲਦ ਹੀ ਦੁਬਾਰਾ ਤੁਹਾਨੂੰ ਮਿਲਾਂਗਾ। ਤਦ ਤੱਕ ਲਈ ਇਜਾਜ਼ਤ ਦਿਓ। ਨਮਸਕਾਰ।